ਬੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਐਲਨ ਮਸਕ ਨੇ ਟਰੂਡੋ ਖਿਲਾਫ ਖੋਲ੍ਹਿਆ ਮੋਰਚਾ, ਕੈਨੇਡਾ ਦੇ ਫੈਸਲੇ ਨੂੰ ਦੱਸਿਆ ਸ਼ਰਮਨਾਕ। ਕੈਨੇਡਾ ਦੇ ਐਡਵੋਕੇਟਸ ਨੇ ਕਿਹਾ ਮਿਨੀਮਮ ਵੇਜ ਵਿੱਚ ਵਾਧਾ ਲਗਭਗ ਕਾਫੀ ਨਹੀਂ ਕਿਉਂਕਿ ਰਹਿਣ ਸਹਿਣ ਦੀ ਲਾਗਤ ਵੱਧ ਗਈ ਹੈ। ਜ਼ਿੰਬਾਬਵੇ ਜਹਾਜ਼ ਹਾਦਸੇ 'ਚ ਭਾਰਤੀ ਅਰਬਪਤੀ ਅਤੇ ਉਸਦੇ ਪੁੱਤਰ ਸਣੇ 6 ਦੀ ਮੌਤ, ਤਕਨੀਕੀ ਖਰਾਬੀ ਕਾਰਨ ਵਾਪਰੀ ਦੁਰਘਟਨਾ। ਸਿੱਖ ਮਰੀਜ਼ ਨਾਲ ਬ੍ਰਿਟੇਨ ਦੇ ਹਸਪਤਾਲ 'ਚ ਤਸ਼ੱਦਦ, ਨਰਸਾਂ ਨੇ ਮਰੀਜ਼ ਨਾਲ ਕੀਤਾ ਨਸਲੀ ਵਿਵਹਾਰ। ਹੁਣ ਖਬਰਾਂ ਵਿਸਥਾਰ ਨਾਲ। SpaceX ਦੇ ਸੰਸਥਾਪਕ ਅਤੇ CEO ਐਲਨ ਮਸਕ ਨੇ ਕੈਨੇਡਾ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦਾ ਦੋਸ਼ ਲਾਇਆ ਹੈ ਅਤੇ ਜਸਟਿਨ ਟਰੂਡੋ ਸਰਕਾਰ ਦੀ ਨਿੰਦਾ ਕੀਤੀ ਹੈ। ਮਸਕ ਨੇ ਟਵੀਟ ਕੀਤਾ, ਟਰੂਡੋ ਕੈਨੇਡਾ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਸ਼ਰਮਨਾਕ ਹੈ। ਐਲਨ ਮਸਕ ਦਾ ਇਹ ਟਵੀਟ ਕੈਨੇਡੀਅਨ ਸਰਕਾਰ ਦੇ ਤਾਜ਼ਾ ਆਦੇਸ਼ ਤੋਂ ਬਾਅਦ ਆਇਆ ਹੈ। ਇਸ ਆਦੇਸ਼ ਵਿੱਚ ਆਨਲਾਈਨ ਸਟ੍ਰੀਮਿੰਗ ਸੇਵਾਵਾਂ ਲਈ ਸਰਕਾਰ ਨਾਲ ਰਸਮੀ ਤੌਰ ਤੇ ਰਜਿਸਟਰ ਹੋਣਾ ਲਾਜ਼ਮੀ ਕੀਤਾ ਗਿਆ ਹੈ। ਕੈਨੇਡਾ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਕੈਨੇਡਾ ਵਿੱਚ ਕਿਸੇ ਵੀ ਤਰ੍ਹਾਂ ਦਾ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਪਵੇਗੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਆਨਲਾਈਨ ਪਲੇਟਫਾਰਮਾਂ ਨੂੰ ਕੈਨੇਡਾ ਵਿੱਚ ਆਪਣੀ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ। ਇਸ ਦੇ ਨਾਲ ਹੀ ਸਾਲਾਨਾ $10 ਮਿਲੀਅਨ ਦੀ ਕਮਾਈ ਕਰਨ ਵਾਲੇ ਆਨਲਾਈਨ ਪਲੇਟਫਾਰਮਾਂ ਨੂੰ 28 ਨਵੰਬਰ 2023 ਤੱਕ ਰਜਿਸਟ੍ਰੇਸ਼ਨ ਫਾਰਮ ਜਮ੍ਹਾਂ ਕਰਾਉਣਾ ਹੋਵੇਗਾ। ਇਸ ਫੈਸਲੇ ਤੋਂ ਬਾਅਦ ਹੀ ਐਲਨ ਮਸਕ ਨੇ ਇੱਕ ਟਵੀਟ ਤੇ ਪੱਤਰਕਾਰ ਨੂੰ ਜਵਾਬ ਦਿੰਦੇ ਹੋਏ ਟਰੂਡੋ ਤੇ ਨਿਸ਼ਾਨਾ ਸਾਧਿਆ। ਟਰੂਡੋ ਸਰਕਾਰ ਤੇ ਪਹਿਲਾਂ ਵੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੇ ਦੋਸ਼ ਲੱਗਦੇ ਰਹੇ ਹਨ। ਫਰਵਰੀ 2022 ਵਿੱਚ ਕੈਨੇਡੀਅਨ ਇਤਿਹਾਸ ਵਿੱਚ ਪਹਿਲੀ ਵਾਰ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕੀਤੀ ਗਈ ਸੀ। ਉਹਨਾਂ ਨੇ ਆਪਣੀ ਸਰਕਾਰ ਨੂੰ ਵੈਕਸੀਨ ਦੀ ਲੋੜ ਨੂੰ ਲੈ ਕੇ ਟਰੱਕ ਡਰਾਈਵਰਾਂ ਦੇ ਵਿਰੋਧ ਨੂੰ ਦਬਾਉਣ ਲਈ ਹੋਰ ਸ਼ਕਤੀਆਂ ਦਿੱਤੀਆਂ ਸਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇਸ਼ ਅੰਦਰ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਦੇਸ਼ 'ਚ ਮਹਿੰਗਾਈ ਅਤੇ ਵੱਧਦੀ ਮਹਿੰਗਾਈ ਕਾਰਨ ਟਰੂਡੋ ਨੂੰ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡੀਅਨ ਪਾਰਲੀਮੈਂਟ ਵਿੱਚ ਇੱਕ ਸਾਬਕਾ ਨਾਜ਼ੀ ਫੌਜੀ ਨੂੰ ਸਨਮਾਨਿਤ ਕਰਨ ਨੂੰ ਲੈ ਕੇ ਵੀ ਵਿਰੋਧੀ ਧਿਰ ਵੱਲੋਂ ਟਰੂਡੋ ਦੀ ਆਲੋਚਨਾ ਕੀਤੀ ਗਈ ਸੀ। ਹਾਲਾਂਕਿ ਟਰੂਡੋ ਨੇ ਸੰਸਦ ਦੀ ਤਰਫੋਂ ਮਾਫੀ ਮੰਗ ਲਈ ਸੀ, ਪਰ ਵਿਰੋਧੀ ਧਿਰ ਨੇ ਮੰਗ ਕੀਤੀ ਸੀ ਕਿ ਟਰੂਡੋ ਨੂੰ ਨਿੱਜੀ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ। ਬ੍ਰਿਟਿਸ਼ ਕੋਲੰਬੀਆ ਸਿਵਲ ਲਿਬਰਟੀਜ਼ ਐਸੋਸੀਏਸ਼ਨ ਸੰਸਦ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਗੁਪਤ ਪ੍ਰਬੰਧਾਂ ਦੇ ਵਿਰੁੱਧ ਕੇਸ ਵਿੱਚ ਸ਼ਾਮਲ ਹੋ ਰਹੀ ਹੈ। ਇਹ ਦਲੀਲ ਦਿੰਦੀ ਹੈ ਕਿ ਕੈਨੇਡਾ ਦੀਆਂ ਖੂਫੀਆ ਏਜੰਸੀਆਂ ਦੁਆਰਾ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਨ ਦੀ ਸਥਿਤੀ ਵਿੱਚ ਸੰਸਦ ਮੈਂਬਰਾਂ ਅਤੇ ਸੈਨੇਟਰਾਂ ਨੂੰ ਵਿਸਲ ਬਲੋਅਰ ਵਜੋਂ ਕੰਮ ਕਰਨ ਲਈ ਸੁਤੰਤਰ ਹੋਣਾ ਚਾਹੀਦਾ ਹੈ। ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟਰੀਅਨਸ ਦੀ ਸਥਾਪਨਾ 2017 ਵਿੱਚ ਲਿਬਰਲ ਸਰਕਾਰ ਦੁਆਰਾ ਕੈਨੇਡਾ ਦੇ ਸੁਰੱਖਿਆ ਅਤੇ ਖੂਫੀਆ ਉਪਕਰਨਾਂ ਦੇ ਕੰਮਕਾਜ ਦੀ ਨਾਗਰਿਕ ਨਿਗਰਾਨੀ ਦਾ ਇੱਕ ਮਾਪ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਸੰਸਦ ਮੈਂਬਰਾਂ ਨੂੰ ਦੇਸ਼ ਦੀਆਂ ਜ਼ਰੂਰੀ ਤੌਰ ਤੇ ਗੁਪਤ ਖੂਫੀਆ ਏਜੰਸੀਆਂ ਦੀ ਸਮੀਖਿਆ ਕਰਨ ਅਤੇ ਰਿਪੋਰਟ ਕਰਨ ਦੀ ਇਜਾਜ਼ਤ ਦੇਣ ਵਿੱਚ ਕੈਨੇਡਾ ਨੇੜਲੇ ਸੁਰੱਖਿਆ ਸਹਿਯੋਗੀਆਂ ਵਿੱਚ ਪਛੜ ਗਿਆ ਸੀ। NSICOP ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਵਧਣ ਦੇ ਸਮੇਂ ਉਸ ਵਿੱਚ ਪਏ ਪਾੜ ਨੂੰ ਹੱਲ ਕਰਨਾ ਸੀ, ਪਰ ਕਮੇਟੀ ਨੇ ਆਪਣੇ ਮੈਂਬਰਾਂ ਨੂੰ ਗੁਪਤਾ ਦੀ ਸਹੁੰ ਵੀ ਖਵਾਈ, ਇੱਥੋਂ ਤੱਕ ਕਿ ਉਹਨਾਂ ਨੂੰ ਸੰਸਦ ਦੇ ਇਸਤੇ ਦੁਆਰਾ ਕੈਨੇਡੀਅਨ ਜਨਤਾ ਨੂੰ ਗੰਭੀਰ ਗਲਤ ਕੰਮਾਂ ਦੇ ਸਬੂਤ ਦਾ ਖੁਲਾਸਾ ਕਰਨ ਤੋਂ ਵੀ ਰੋਕਿਆ ਗਿਆ। ਲੇਕਹੈਡ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਰਿਆਨ ਐਲਫੋਰਡ ਨੇ ਓਨਟਾਰੀਓ ਸੁਪੀਰੀਅਰ ਕੋਰਟ ਵਿੱਚ ਉਹਨਾਂ ਗੁਪਤ ਵਿਵਸਥਾਵਾਂ ਨੂੰ ਸਫਲਤਾਪੂਰਵਕ ਚੁਣੌਤੀ ਦਿੱਤੀ। ਐਲਫੋਰਡ ਨੇ ਦਲੀਲ ਦਿੱਤੀ ਕਿ ਸੰਸਦ ਮੈਂਬਰਾਂ ਨੂੰ ਗੁਪਤਾ ਦੀ ਸਹੁੰ ਚੁੱਕਣ ਲਈ ਇੱਕ ਸੰਵਿਧਾਨਕ ਸੋਧ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਉਹਨਾਂ ਦੇ ਸੰਸਦੀ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਕਰਦਾ ਹੈ। ਵੈਸਟਮਿੰਸਟਰ ਪ੍ਰਣਾਲੀ ਵਿੱਚ ਇੱਕ ਬੁਨਿਆਦੀ ਧਾਰਨਾ ਜੋ ਸਿਆਸਤਦਾਨਾਂ ਨੂੰ ਸੰਸਦ ਵਿੱਚ ਕਹੀਆਂ ਗਈਆਂ ਗੱਲਾਂ ਲਈ ਮੁਕੱਦਮਾ ਚਲਾਉਣ ਤੋਂ ਛੋੜ ਦਿੰਦੀ ਹੈ। ਜਾਣਕਾਰੀ ਮੁਤਾਬਕ ਐਲਫੋਰਡ ਨੇ ਕੇਸ ਜਿੱਤ ਲਿਆ ਅਤੇ ਕੈਨੇਡੀਅਨ ਸਰਕਾਰ ਹੁਣ ਫੈਸਲੇ ਦੀ ਅਪੀਲ ਕਰ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਅਤੇ ਕੈਨੇਡਾ ਦੀ ਨਵੀਂ ਬਣੀ ਰਾਸ਼ਟਰੀ ਸੁਰੱਖਿਆ ਨਿਗਰਾਨੀ ਸੰਸਥਾ ਲਈ ਦਾਅ ਉੱਚੇ ਹਨ। NSICOP ਨੇ ਕਈ ਮਹੱਤਵਪੂਰਨ ਰਿਪੋਰਟਾਂ ਤਿਆਰ ਕੀਤੀਆਂ ਹਨ ਜਿਸ ਵਿੱਚ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ 2020 ਦੀ ਵੱਡੀ ਪੱਧਰ ਤੇ ਨਜ਼ਰਅੰਦਾਜ਼ ਕੀਤੀ ਗਈ ਰਿਪੋਰਟ ਵੀ ਸ਼ਾਮਲ ਹੈ ਜੋ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਤੋਂ ਇੱਕ ਹਫ਼ਤਾ ਪਹਿਲਾਂ ਘਟ ਗਈ ਸੀ। ਕਮੇਟੀ ਨੇ ਕੈਨੇਡਾ ਦੀਆਂ ਰਾਸ਼ਟਰੀ ਸੁਰੱਖਿਆ ਏਜੰਸੀਆਂ, ਦੇਸ਼ ਦੀ ਸਾਈਬਰ ਸੁਰੱਖਿਆ ਪ੍ਰਣਾਲੀ ਅਤੇ ਕਿਵੇਂ ਮਿਲਟਰੀ ਇੰਟੈਲੀਜੈਂਸ ਕੈਨੇਡੀਅਨਸ ਬਾਰੇ ਨਿੱਜੀ ਜਾਣਕਾਰੀ ਇਕੱਠੀ ਕਰਦੀ ਹੈ ਅਤੇ ਇਸ ਦੀ ਵਰਤੋਂ ਕਰਦੀ ਹੈ ਵਿੱਚ ਵਿਭਿੰਨਤਾ ਨੂੰ ਵੀ ਦੇਖਿਆ ਗਿਆ ਹੈ। ਜਿਵੇਂ ਕਿ ਕੈਨੇਡੀਅਨ ਜੀਵਨ ਦੀ ਵੱਧਦੀ ਲਾਗਤ ਨਾਲ ਜੂਝ ਰਹੇ ਹਨ, 6 ਪ੍ਰੋਵਿੰਸਾਂ ਨੇ ਹਫ਼ਤੇ ਦੇ ਅੰਤ ਵਿੱਚ ਘੱਟੋ-ਘੱਟ ਵੇਜ ਵਧਾ ਦਿੱਤੀ ਹੈ। ਹਾਲਾਂਕਿ ਐਡਵੋਕੇਟ ਜੋ ਇਹਨਾਂ ਵਾਧੇ ਦੀ ਮੰਗ ਕਰ ਰਹੇ ਹਨ ਕਹਿੰਦੇ ਹਨ ਕਿ ਇਹ ਵਰਕਿੰਗ ਕਲਾਸ ਕੈਨੇਡੀਅਨਸ ਦੇ ਦਬਾਅ ਨੂੰ ਘੱਟ ਕਰਨ ਲਈ ਕਾਫੀ ਨਹੀਂ ਹੋ ਸਕਦਾ। ਰਿਪੋਰਟਾਂ ਮੁਤਾਬਕ ਸਭ ਤੋਂ ਵੱਧ ਵਾਧਾ ਮੈਨੀਟੋਬਾ ਵਿੱਚ ਹੋਇਆ ਹੈ ਜਿੱਥੇ ਐਤਵਾਰ ਨੂੰ 1 ਘੰਟੇ ਦੇ ਹਿਸਾਬ ਨਾਲ ਘੱਟੋ-ਘੱਟ ਤਨਖਾਹ $14.15 ਤੋਂ $15.30 ਹੋ ਗਈ ਹੈ।
ਓਨਟਾਰੀਓ ਵਿੱਚ ਵੀ $1 ਤੋਂ ਵਾਧਾ ਹੋਇਆ ਹੈ, ਜਿੱਥੇ $15.50 ਤੋਂ $16.55 ਹੋ ਗਈ ਹੈ। ਨੋਵਾ ਸਕੋਸ਼ੀਆ, PEI ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਨੇ ਘੱਟੋ-ਘੱਟ ਤਨਖਾਹ 50 ਸੈਂਟ ਵਧਾ ਕੇ $15 ਕਰ ਦਿੱਤੀ ਹੈ, ਜਦੋਂ ਕਿ ਸਸਕੈਚੁਅਨ ਨੇ ਆਪਣੀ ਘੱਟੋ-ਘੱਟ ਵੇਜ $13 ਤੋਂ ਵਧਾ ਕੇ $14 ਕਰ ਦਿੱਤੀ ਹੈ। ਇਹ ਸਭ ਤੋਂ ਘੱਟ ਵੇਜ ਵਾਲਾ ਸੂਬਾ ਜਾਂ ਖੇਤਰ ਬਣਿਆ ਹੋਇਆ ਹੈ। ਪੀਟਰ ਗਲੀਮਰ, ਜੋ ਕਿ ਐਂਟੀ ਪੋਵਰਟੀ ਐਡਵੋਕੇਸੀ ਗਰੁੱਪ ਪੋਵਰਟੀ ਫ੍ਰੀ ਸਸਕੈਚੁਅਨ ਦਾ ਇੱਕ ਵਕੀਲ ਹੈ, ਉਸਨੇ ਕਿਹਾ ਕਿ ਇਸ ਸਮੇਂ ਸਸਕੈਚੁਅਨ ਕੋਲ ਦੇਸ਼ ਵਿੱਚ ਸਭ ਤੋਂ ਘੱਟ ਵੇਜ ਹੈ, ਜੋ ਇਸ ਵਾਧੇ ਵਿੱਚ ਜਾ ਰਹੀ ਹੈ ਅਤੇ ਅਸਲ ਵਿੱਚ ਕਈ ਸਾਲਾਂ ਦੇ ਦੌਰਾਨ ਸਾਡੇ ਕੋਲ ਜਾਂ ਤਾਂ ਸਭ ਤੋਂ ਘੱਟ ਵੇਜ ਹੈ ਜਾਂ ਦੇਸ਼ ਵਿੱਚ ਦੂਜੀ ਸਭ ਤੋਂ ਘੱਟ ਵੇਜ ਹੈ। ਗਲੀਮਰ ਨੇ ਕਿਹਾ ਕਿ ਹਾਲਾਂਕਿ ਤਾਜ਼ਾ ਵਾਧਾ ਸੂਬੇ ਦੇ ਲੋਕਾਂ ਨੂੰ ਰਹਿਣ ਯੋਗ ਮਿਆਰਾਂ ਤੇ ਲਿਆਉਣ ਲਈ ਬਹੁਤ ਕੁਝ ਨਹੀਂ ਕਰਦਾ ਅਤੇ ਇਹ ਕੁਝ ਵੀ ਨਹੀਂ ਹੈ। ਉਸਨੇ ਕਿਹਾ ਕਿ ਕੋਈ ਵੀ ਵਾਧਾ ਕਿਸੇ ਨਾਲੋਂ ਬਿਹਤਰ ਨਹੀਂ ਹੈ, ਪਰ ਦੋਵਾਂ ਨੂੰ ਫੜਨ ਦੇ ਮਾਮਲੇ ਵਿੱਚ ਅਸੀਂ ਮਹਿੰਗਾਈ ਦੇ ਮਾਮਲੇ ਵਿੱਚ ਕਿੰਨੇ ਪਿੱਛੇ ਰਹਿ ਗਏ ਹਾਂ, ਪਰ ਇਹ ਵੀ ਕਿ ਅਸੀਂ ਘੱਟੋ-ਘੱਟ ਵੇਜ ਕਾਨੂੰਨ ਦੇ ਮਾਮਲੇ ਵਿੱਚ ਹੋਰ ਅਧਿਕਾਰ ਖੇਤਰਾਂ ਤੋਂ ਕਿੰਨੇ ਪਿੱਛੇ ਡਿੱਗ ਗਏ ਹਾਂ। ਇਹ ਅਸਲ ਵਿੱਚ ਅਜਿਹਾ ਨਹੀਂ ਕਰਦਾ। ਜਸਟਿਸ ਫॉर ਵਰਕਰਸ ਨੋਵਾ ਸਕੋਸ਼ੀਆ ਤੋਂ ਸੁਜ਼ੈਨ ਮੈਕਨੀਲ ਨੇ ਕਿਹਾ ਕਿ ਹੈਲੀਫੈਕਸ ਵਿੱਚ ਲੋਕਾਂ ਨੂੰ ਆਪਣੇ ਰੋਜ਼ਾਨਾ 40 ਘੰਟਿਆਂ ਤੋਂ ਵੱਧ ਕੰਮ ਕਰਨਾ ਪੈਂਦਾ ਹੈ ਤਾਂ ਕਿ ਉਹ ਆਪਣੀ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਮੈਕਨੀਲ ਨੇ ਕਿਹਾ ਕਿ ਹੈਲੀਫੈਕਸ ਵਿੱਚ ਚੀਜ਼ਾਂ ਨਿਸ਼ਚਿਤ ਤੌਰ ਤੇ ਗੰਭੀਰ ਹਨ, ਪੂਰੇ ਸੂਬੇ ਵਿੱਚ ਚੀਜ਼ਾਂ ਮਹਿੰਗੀਆਂ ਹਨ ਅਤੇ ਇਹ ਹੁਣ ਕੈਨੇਡਾ ਵਿੱਚ ਰਹਿਣ ਲਈ ਸਭ ਤੋਂ ਮਹਿੰਗੀਆਂ ਥਾਵਾਂ ਵਿੱਚੋਂ ਇੱਕ ਹੈ। ਐਲਬਰਟਾ, ਕਿਊਬੈਕ, BC, ਨਿਊ ਬ੍ਰੰਸਵਿਕ, ਯੂਕੋਨ, ਨਾਰਥ ਵੈਸਟ ਟੈਰੀਟਰੀਜ਼ ਅਤੇ ਨੂਨਾਵਤ ਵਿੱਚ ਐਤਵਾਰ ਨੂੰ ਘੱਟੋ-ਘੱਟ ਵੇਜ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਲਿਵਿੰਗ ਵੇਜ ਕੈਨੇਡਾ ਦੇ ਕ੍ਰੇਗ ਪਿਥੋਨ ਨੇ ਕਿਹਾ ਕਿ ਇਹ ਵਾਧਾ ਵਰਕਿੰਗ ਕਲਾਸ ਕੈਨੇਡੀਅਨਸ ਦੇ ਦਬਾਅ ਨੂੰ ਘੱਟ ਕਰਨ ਲਈ ਬਹੁਤ ਘੱਟ ਕੰਮ ਕਰਦਾ ਹੈ। ਉਸਨੇ ਕਿਹਾ ਕਿ ਹਾਂ, ਇਹ ਵਾਧਾ ਹੈ, ਪਰ ਇਹ ਕਿਤੇ ਵੀ ਕਾਫੀ ਨਹੀਂ ਹੈ। ਕ੍ਰੇਗ ਨੇ ਕਿਹਾ ਕਿ ਭਾਵੇਂ ਇਹਨਾਂ ਵਾਧੇ ਦੇ ਬਾਅਦ ਵੀ ਦੇਸ਼ ਵਿੱਚ ਕਿਤੇ ਵੀ ਤੁਸੀਂ ਘੱਟੋ-ਘੱਟ ਵੇਜ ਕਮਾਉਂਦੇ ਹੋ, ਪੂਰਾ ਸਮਾਂ ਕੰਮ ਕਰਦੇ ਹੋਏ ਰੋਜ਼ੀ ਰੋਟੀ ਕਮਾ ਸਕਦੇ ਹੋ, ਆਪਣੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹੋ ਅਤੇ ਲੋੜਾਂ ਦੀ ਪੂਰਤੀ ਕਰ ਸਕਦੇ ਹੋ। ਤੁਹਾਡੇ ਬਿੱਲਾਂ ਦਾ ਭੁਗਤਾਨ ਕਰਨ ਤੋਂ ਇਲਾਵਾ ਹੋਰ ਕੀ ਕੰਮ ਹੈ? ਜੇ ਤੁਸੀਂ ਪੂਰਾ ਸਮਾਂ ਕੰਮ ਕਰਦੇ ਹੋ ਤਾਂ ਤੁਹਾਨੂੰ ਕੰਮ ਕਰਨ ਦੀ ਗਰੀਬੀ ਨਹੀਂ ਹੋਣੀ ਚਾਹੀਦੀ। ਕ੍ਰੇਗ ਨੇ ਕਿਹਾ ਕਿ ਦੇਸ਼ ਭਰ ਵਿੱਚ ਇੱਥੋਂ ਤੱਕ ਕਿ ਕੁਝ ਨਵੇਂ ਘੱਟੋ-ਘੱਟ ਵੇਜ ਦੇ ਅੰਕੜੇ ਵੀ ਹੇਠਾਂ ਹਨ ਜੋ ਵਕੀਲ ਰਹਿਣਯੋਗ ਉਜਰਤ ਵਜੋਂ ਦਰਸਾਉਂਦੇ ਹਨ। ਉਦਾਹਰਨ ਲਈ ਉਸਨੇ ਹੈਲੀਫੈਕਸ ਵਿੱਚ ਕਿਹਾ ਕਿ ਘੱਟੋ-ਘੱਟ ਵੇਜ ਰਹਿਣਯੋਗ ਮਿਆਰ ਤੋਂ ਘੱਟ $11.50 ਹੈ। ਓਨਟਾਰੀਓ ਲਿਵਿੰਗ ਵੇਜ ਨੈਟਵਰਕ ਨੇ ਕਿਹਾ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਰਹਿਣ ਦੀ ਮਜ਼ਦੂਰੀ $23 ਪ੍ਰਤੀ ਘੰਟਾ ਹੈ, ਜੋ ਕਿ ਓਨਟਾਰੀਓ ਦੀ ਨਵੀਂ $16.55 ਘੱਟੋ-ਘੱਟ ਵੇਜ ਤੋਂ ਕਿਤੇ ਵੱਧ ਹੈ। ਐਲਬਰਟਾ ਫੈਡਰੇਸ਼ਨ ਆਫ ਲੇਬਰ ਨੇ ਕਿਹਾ ਕਿ ਐਲਬਰਟਾ ਸਰਕਾਰ ਦਾ ਇਸ ਇਤਵਾਰ ਨੂੰ ਲੋਐਸਟ ਮਿਨੀਮਮ ਵੇਜ ਨੂੰ ਬਿਨਾਂ ਕਿਸੇ ਬਦਲਾਅ ਦੇ ਛੱਡਣ ਦਾ ਫੈਸਲਾ ਬੇਰਹਿਮ ਸੀ। ਪਿਥੋਨ ਨੇ ਕਿਹਾ ਕਿ ਲੋਐਸਟ ਮਿਨੀਮਮ ਵੇਜ ਵਧਾਉਣਾ ਹੀ ਇੱਕੋ ਇੱਕ ਹੱਲ ਨਹੀਂ ਹੈ ਜੋ ਸਰਕਾਰਾਂ ਨੂੰ ਰੁਜ਼ਗਾਰ ਦੇ ਸਕਦੀਆਂ ਹਨ। ਲੋਐਸਟ ਮਿਨੀਮਮ ਵੇਜ ਨੂੰ ਵਧਾਉਣਾ ਕੰਮ ਕਰਨ ਵਾਲੀ ਗਰੀਬੀ ਦਾ ਮੁਕਾਬਲਾ ਕਰਨ ਦਾ ਇੱਕੋ ਇੱਕ ਤਰੀਕਾ ਨਹੀਂ ਹੈ। ਸਰਕਾਰਾਂ ਸਬਸਿਡੀਆਂ ਜਾਂ ਕਿਰਾਇਆ ਨਿਯੰਤਰਣ ਦੇ ਨਾਲ ਕਿਫਾਇਤੀ ਸਮਰੱਥਾ ਦੇ ਲੀਵਰ ਵੀ ਵਰਤ ਸਕਦੀਆਂ ਹਨ। ਉਸਨੇ ਕਿਹਾ ਕਿ ਕੀਮਤਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰੋ ਅਤੇ ਇਹਨਾਂ ਵਿੱਚੋਂ ਕੁਝ ਬਾਜ਼ਾਰਾਂ ਨੂੰ ਠੰਡਾ ਕਰੋ। ਇਹ ਉਹ ਤਰੀਕਾ ਹੈ ਜਿਸ ਵਿੱਚ ਤੁਸੀਂ ਇਹਨਾਂ ਅੰਤਰਾਂ ਨੂੰ ਇੰਨਾ ਅਸਹਿਣਯੋਗ ਨਹੀਂ ਬਣਾ ਸਕਦੇ ਹੋ। ਇਨਵਾਇਰਨਮੈਂਟ ਕੈਨੇਡਾ ਐਡਵਾਈਜ਼ਰੀ, ਜਿਸ ਵਿੱਚ ਪਿਛਲੇ ਅਕਤੂਬਰ ਵਿੱਚ ਹਵਾ ਦੀ ਮਾੜੀ ਕੁਆਲਿਟੀ ਲਈ ਦੀਵਾਲੀ ਦੇ ਪਟਾਕਿਆਂ ਨੂੰ ਇੱਕ ਕਾਰਨ ਵਜੋਂ ਸ਼ਾਮਿਲ ਕੀਤਾ ਗਿਆ ਸੀ, ਜਦੋਂ ਕਿ ਇਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਕੁਝ ਸਟਾਫ ਦੇ ਮੈਂਬਰਾਂ ਨੇ ਇਸ ਨੂੰ ਪੱਖਪਾਤੀ ਦੱਸਿਆ ਸੀ। ਜਾਣਕਾਰੀ ਮੁਤਾਬਕ ਐਡਵਾਈਜ਼ਰੀ ਨੂੰ ਸੰਪਾਦਿਤ ਕੀਤਾ ਗਿਆ ਸੀ ਅਤੇ ਕੁਝ ਘੰਟਿਆਂ ਦੇ ਅੰਦਰ ਮਾਫੀਨਾਮਾ ਜਾਰੀ ਕੀਤਾ ਗਿਆ ਸੀ, ਕਿਉਂਕਿ ਨੈਸ਼ਨਲ ਵੈਦਰ ਸਰਵਿਸ ਨੂੰ ਸਵੇਰੇ ਸਾਲਾਨਾ ਇੰਡੀਅਨ ਲਾਈਟ ਫੈਸਟੀਵਲ ਸ਼ੁਰੂ ਹੋਣ ਤੋਂ ਪਹਿਲਾਂ ਕਈ ਸ਼ਿਕਾਇਤਾਂ ਆਈਆਂ ਸਨ। ਦਰਜਨਾਂ ਈਮੇਲਾਂ ਜੋ ਕਿ ਐਕਸੈਸ ਟੂ ਇਨਫੋਰਮੇਸ਼ਨ ਰਿਕੁਐਸਟ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਸੀ, ਉਹ ਉਹਨਾਂ ਚਰਚਾਵਾਂ ਨੂੰ ਦਰਸਾਉਂਦੀਆਂ ਹਨ ਜੋ 24 ਅਕਤੂਬਰ 2022 ਨੂੰ ਜਾਰੀ ਕੀਤੀ ਜਾਣ ਵਾਲੀ ਸਲਾਹ ਤੋਂ ਪਹਿਲਾਂ ਹੋਈਆਂ ਸਨ। ਘੱਟੋ-ਘੱਟ 2 ਮੌਸਮ ਵਿਗਿਆਨੀਆਂ ਨੇ ਇਸ ਮੁੱਦੇ ਨੂੰ ਲੈ ਕੇ ਲਾਲ ਝੰਡੇ ਉਠਾਏ ਹਨ ਕਿ ਦੀਵਾਲੀ ਨੂੰ ਹਵਾ ਦੀ ਮਾੜੀ ਗੁਣਵੱਤਾ ਨਾਲ ਜੋੜਨਾ ਵਿਤਕਰਾ ਮੰਨਿਆ ਜਾ ਸਕਦਾ ਹੈ ਅਤੇ ਉਸ ਦਿਨ ਜਿਹੜੀ ਹੋਰ ਸ਼ਿਕਾਇਤਾਂ ਭੇਜੀਆਂ ਗਈਆਂ ਸੀ ਉਸ 'ਚ ਇਹ ਦੋਸ਼ ਲਗਾਇਆ ਗਿਆ ਕਿ ਨੈਸ਼ਨਲ ਏਜੰਸੀ ਰੇਸਿਸਟ ਹੈ, ਕਿਉਂਕਿ ਜਦੋਂ ਕੈਨੇਡਾ ਡੇ ਤੇ ਆਤਿਸ਼ਬਾਜ਼ੀ ਕੀਤੀ ਗਈ ਸੀ ਉਦੋਂ ਵੀ ਹਵਾ ਦੀ ਗੁਣਵੱਤਾ ਮਾੜੀ ਸੀ ਅਤੇ ਉਸ ਨੂੰ ਲੈ ਕੇ ਕੋਈ ਵੀ 에ਅਰ ਕੁਆਲਿਟੀ ਨੂੰ ਲੈ ਕੇ ਵਾਰਨਿੰਗ ਜਾਰੀ ਨਹੀਂ ਕੀਤੀ ਗਈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਪਦਾ ਹੈ ਕਿ ਦੀਵਾਲੀ ਦੀ ਚੇਤਾਵਨੀ ਪਹਿਲੀ ਵਾਰ ਸੀ ਜਦੋਂ ਇਨਵਾਇਰਨਮੈਂਟ ਕੈਨੇਡਾ ਨੇ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਸੰਬੰਧੀ ਸਲਾਹ ਜਾਰੀ ਕੀਤੀ ਸੀ, ਪਰ ਏਜੰਸੀ ਹੋਰ ਛੁੱਟੀਆਂ ਵਾਲੇ ਦਿਨ ਹੋਣ ਵਾਲੀ ਸੈਲੀਬ੍ਰੇਸ਼ਨਸ ਦੇ ਆਲੇ-ਦੁਆਲੇ ਸਥਿਤੀਆਂ ਦੀ ਨਿਗਰਾਨੀ ਕਰਨ ਅਤੇ ਭਵਿੱਖ ਦੀਆਂ ਚੇਤਾਵਨੀਆਂ ਲਈ ਯੋਜਨਾ ਬਣਾਉਣ ਦਾ ਇਰਾਦਾ ਵੀ ਬਣਾ ਰਹੀ ਹੈ। ਇੱਕ ਭਾਰਤੀ ਅਰਬਪਤੀ ਉਦਯੋਗਪਤੀ ਤੇ ਉਹਨਾਂ ਦੇ ਬੇਟੇ ਸਣੇ 6 ਲੋਕਾਂ ਦੀ ਜ਼ਿੰਬਾਬਵੇ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਜਹਾਜ਼ ਭਾਰਤੀ ਉਦਯੋਗਪਤੀ ਦੀ ਕੰਪਨੀ ਦਾ ਨਿੱਜੀ ਜਹਾਜ਼ ਸੀ, ਜੋ ਕਿ ਜ਼ਿੰਬਾਬਵੇ ਦੇ ਦੱਖਣੀ ਪੱਛਮੀ ਇਲਾਕੇ ਵਿੱਚ ਸਥਿਤ ਇੱਕ ਹੀਰਾ ਖਦਾਨ ਕੋਲ ਦੁਰਘਟਨਾ ਦਾ ਸ਼ਿਕਾਰ ਹੋ ਗਿਆ।
रिपोर्ट मुताबिक तकनीकी खराबी के चलदिया जहाज दुर्घटना का शिकार होया। दस दईए कि हादसे विच मारे गए अरबपति हरपाल सिंह रंधावा रियो जिम नां दी माइनिंग कंपनी के मालिक सन, जो जिम्बाब्वे विच सोने अते कोले दी माइनिंग करदी है अते नाल ही निकल ते तांबे वर्गे धातुआं दी रिफाइनिंग दा काम भी करदी है। जहाज हादसे विच मरण वालियां विच हरपाल सिंह रंधावा, उन्हां दा पुत्तर ते 4 होर लोग शामिल हन। जो जहाज हादसे दा शिकार होया ओ फोर्स 206 दा एयरक्राफ्ट सी। सिंगल इंजन वाले इन्हां जहाजां दी मलकीयत कंपनी रियो जिम कोल है। यह जहाज राजधानी हरारे तो मुरोवा हीरे की खदान वाल जा रहा सी। इस दौरान माशावा इलाके विच दुर्घटना का शिकार हो गया, जिस नाल जहाज विच सवार सारे 6 लोगों की मौत हो गई। रिपोर्ट मुताबिक यह हादसा उदों होया जदों तकनीकी खराबी के कारण जहाज विच हवा च ही धमाका हो गया। जानकारी मुताबिक मृतकों के नामां दा ऐलान होना बाकी है, पर हरपाल सिंह रंधावा के दोस्त ते फिल्म निर्माता होपविल चिनोनो ने हरपाल सिंह रंधावा की मौत की पुष्टि की है। दस दईए कि रंधावा $4 अरब वाली इक्विटी फर्म जेम होल्डिंग के संस्थापक हैं। उत्तरी मैक्सीको च लंघे एतवार नूं एक चर्च की छत डिगण कारण करीब 10 लोगों की मौत हो गई और 60 लोग जख्मी हो गए। तमाउल पास पुलिस के एक अधिकारी ने दस्सिया कि जदों छत डिगी तां चर्च विच लगभग 100 लोग मौजूद सन। पुलिस ने दस्सिया कि लोगों को बचाउण लई नैशनल गार्ड पुलिस, राज सिविल डिफेंस दफ्तर और रेड क्रॉस यूनिट मौके ते मौजूद सी। पुलिस और बचाव दल ने मुस्तैदी दिखाउंदे होए 49 लोगों को सुरक्षित बाहर कढिया और जख्मियों को नेड़ले हस्पताल च दाखिल करवाया। जख्मियों च 4 महीने का बच्चा, 3 5 साल के बच्चे और 2 9 साल के बच्चे शामिल हैं। रोमन कैथलिक चर्च के बिशप जोस अर्मेंडो अल्वरेज ने कहा कि टैम्पिको के शहर सियोदाद मदेरो के सांता क्रूज चर्च विच बहुत सारे पर्शियन खाना खा रहे सी जदों चर्च की छत अचानक डिग गई। इस हादसे तो बाद सूबे के सुरक्षा बुलारे के दफ्तर ने दस्सिया कि इस हादसे च हुण तक 10 लोगों के मारे जाने की पुष्टि हुई है। उन्होंने इस हादसे को ढांचागत असफलता करार दिता। उन्होंने दस्सिया कि इस हादसे च 60 लोग जख्मी हुए हैं, जिन्हां चों 23 नूं हस्पताल च दाखिल करवाया गया है और जख्मियों विचों 2 की हालत नाजुक बनी हुई है। जानकारी मुताबिक यह मन्निया जाता है कि भूचाल दौरान इमारतों का डिगना मैक्सीको विच आम गल है। हालांकि राष्ट्रीय भूचाल विज्ञान सेवा ने किसी भी भूचाल की गतिविधि के वापरन तो इनकार किया है। इंग्लैंड के एक हस्पताल च नर्सा ने एक सिख मरीज ते तशद्दद किया। उसकी दाढ़ी नूं प्लास्टिक के दस्तानियां नाल बन के पेशाब च छड्ड दिता, जिस तो बाद नर्सा ने सिख मरीज नाल नस्ली व्यवहार किया। सिख मरीज नूं अजिहा खाना दिता गया जो वह धार्मिक कारणों करके नहीं खा सकता सी। ਇਹ ਸਾਰੇ ਖੁਲਾਸੇ ਅਖਬਾਰ ਦਾ ਇੰਡੀਪੈਂਡੈਂਟ ਨੇ ਇੱਕ ਡੋਜ਼ੀਅਰ ਦੇ ਹਵਾਲੇ ਨਾਲ ਕੀਤੇ ਹਨ। ਇਹ ਡੋਜ਼ੀਅਰ ਨਰਸਿੰਗ ਤੇ ਮਿਡਵਾਈਫਰੀ ਕੌਂਸਲ NMC ਵੱਲੋਂ ਬਣਾਇਆ ਗਿਆ ਸੀ। ਇਹ ਸੰਸਥਾ UK 'ਚ ਸਾਰੀਆਂ ਨਰਸਾਂ ਅਤੇ ਹਸਪਤਾਲ ਸਹਾਇਤਾ ਸਟਾਫ ਲਈ ਰੈਗੂਲੇਟਰ ਹੈ। ਇਸ ਡੋਜ਼ੀਅਰ 'ਚ ਬ੍ਰਿਟਿਸ਼ ਹਸਪਤਾਲਾਂ 'ਚ नस्ली वितकरे बारे जानकारी दी गई है। डोजियर च भी कहा गया है कि दुर्व्यवहार करने वाले सिख मरीज की शिकायत तो बाद भी कोई कार्रवाई नहीं हुई। मरीजों नाल नस्ली आधार ते हस्पतालों च पक्षपात करने वाली नर्सां ते होर मुलाजमां ते शिकायतां तो बाद भी कोई कार्रवाई नहीं की गई। पक्षपात करने वाले मुलाजम लगातार नस्ली आधार ते रोगियों ते तशद्दद करते रहे। तशद्दद का शिकार होए सिख मरीज के परिवार ने देखा कि उसकी पग जमीन ते पई सी अते उसकी दाढ़ी प्लास्टिक के दस्तानियां नाल बची हुई सी। सिख धर्म च दाढ़ी अते दस्तार दोवें पवित्र हैं। पग नूं जमीन ते अजिही जगह ते रखा गया सी जिथे मरीज दा हथ नहीं पहुंच सकता सी। सिख मरीज ने पंजाबी भाषा च लिखे एक नोट च यह सारी समस्या बयान की सी। बाद च इस मरीज की मौत हो गई सी। उसने यह भी कहा कि हस्पताल के स्टाफ ने उसनूं जानबूझ के अजिहा खाना दिता जो धार्मिक कारणों करके नहीं खा सकिया ते उसते फोन करन ते भी कोई मदद लई नहीं आउंदा सी। इत्थों तक कि नर्सां भी उसते हसदियां सन। इस मामले च शिकायत दर्ज होने तो बाद भी मुलजम नर्सां लगातार काम कर रही हैं। छेड़छाड़ का यह मामला सामने आने तो बाद NMC ने इसनूं रफा दफा कर दिता ते नर्सां नूं रिहा कर दिता गया। सिख मरीज ते तशद्दद तो इलावा बरतानिया के हस्पताल च काले भाईचारे के लोगों नाल वितकरा करन दे भी दोष लगे हैं, जिस तहत हस्पताल च काम कर रहे इस भाईचारे के लोगों नूं समय सिर तरक्की ना देण अते उन्हां नूं दाखला ना देण दे दोष लगे हैं। हस्पताल च काम करने वाले होर धार्मिक घट गिणतियां दे नाल भी पक्षपात हुंदा रहा है। NMC रजिस्ट्रार एंड्रिया सटक्लिफ ने कहा कि मैं NMC दे अंदर नस्लवाद का अनुभव करने वाले किसी भी व्यक्ति लई माफी मंगदा हां। असीं NMC नूं नस्ली वितकरे तो मुक्त संस्था बनाउणा चाहुंदे हां अते इस लई अजे बहुत सारा काम करना बाकी है।
पाकिस्तान ਦੀ ਫੈਡਰਲ ਜਾਂਚ ਏਜੰਸੀ FIA ਨੇ 3 ਦਿਨ ਪਹਿਲਾਂ ਮੁਲਤਾਨ ਹਵਾਈ ਅੱਡੇ ਤੇ ਸਾਊਦੀ ਅਰਬ ਜਾਣ ਵਾਲੀ ਫਲਾਈਟ ਤੋਂ ਉਮਰਾ ਤੇ ਯਾਤਰੀਆਂ ਦੇ ਭੇਸ 'ਚ 16 ਕਥਿਤ ਭਿਖਾਰੀਆਂ ਨੂੰ ਉਤਾਰ ਦਿੱਤਾ। ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। FIA ਅਨੁਸਾਰ ਸਮੂਹ 'ਚ ਇੱਕ ਬੱਚਾ, 11 ਔਰਤਾਂ ਤੇ 4 ਮਰਦਾਂ ਸਮੇਤ 16 ਲੋਕ ਸ਼ਾਮਲ ਸਨ ਜੋ ਸ਼ੁਰੂਆਤ 'ਚ ਉਮਰਾ ਵੀਜ਼ੇ ਤੇ ਯਾਤਰਾ ਕਰ ਰਹੇ ਸਨ। ਡੌਨ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ FIA ਅਧਿਕਾਰੀਆਂ ਨੇ ਮੁਸਾਫਰਾਂ ਤੋਂ ਪੁੱਛ ਪੜਤਾਲ ਕੀਤੀ, ਜਿਨ੍ਹਾਂ ਨੇ ਕਬੂਲ ਕੀਤਾ ਕਿ ਉਹ ਭੀਖ ਮੰਗਣ ਲਈ ਸਾਊਦੀ ਅਰਬ ਜਾ ਰਹੇ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਉਸ ਨੂੰ ਭੀਖ ਮੰਗਣ ਤੋਂ ਹੋਣ ਵਾਲੀ ਕਮਾਈ ਦਾ ਅੱਧਾ ਹਿੱਸਾ ਆਪਣੇ ਯਾਤਰਾ ਪ੍ਰਬੰਧਾਂ 'ਚ ਸ਼ਾਮਲ ਏਜੰਟਾਂ ਨੂੰ ਦੇਣਾ ਪੈਂਦਾ ਸੀ। ਉਮਰਾ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਪਾਕਿਸਤਾਨ ਪਰਤਣਾ ਸੀ। ਰਿਪੋਰਟ ਅਨੁਸਾਰ FIA ਮੁਲਤਾਨ ਸਰਕਲ ਨੇ ਹੋਰ ਪੁੱਛ ਪੜਤਾਲ ਅਤੇ ਕਾਨੂੰਨੀ ਕਾਰਵਾਈ ਲਈ ਮੁਸਾਫਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਓਵਰਸੀਜ਼ ਪਾਕਿਸਤਾਨੀ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਸੀਨੇਟ ਕਮੇਟੀ ਔਨ ਓਵਰਸੀਜ਼ ਪਾਕਿਸਤਾਨੀਜ਼ ਦੇ ਸਾਹਮਣੇ ਇਹ ਦੱਸਣ ਤੋਂ ਇੱਕ ਦਿਨ ਬਾਅਦ ਹੋਈ ਹੈ ਕਿ ਵੱਡੀ ਗਿਣਤੀ 'ਚ ਭਿਖਾਰੀਆਂ ਦੀ ਤਸਕਰੀ ਕੀਤੀ ਜਾ ਰਹੀ ਹੈ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਿਆ ਜਾ ਰਿਹਾ ਹੈ। ਮੰਤਰਾਲੇ ਦੇ ਸਕੱਤਰ ਨੇ ਸੈਨੇਟ ਪੈਨਲ ਨੇ ਦੱਸਿਆ ਕਿ ਵਿਦੇਸ਼ਾਂ 'ਚ ਫੜੇ ਗਏ ਭਿਖਾਰੀਆਂ 'ਚੋਂ 90% ਪਾਕਿਸਤਾਨ ਦੇ ਹਨ। ਉਹਨਾਂ ਨੇ ਕਿਹਾ ਸੀ ਇਰਾਕੀ ਅਤੇ ਸਾਊਦੀ ਦੋਹਾਂ ਸਫੀਰਾਂ ਦੀ ਇਹਨਾਂ ਗ੍ਰਿਫਤਾਰੀਆਂ ਕਾਰਨ ਜੇਲ੍ਹਾਂ 'ਚ ਬਹੁਤ ਜ਼ਿਆਦਾ ਭੀੜ ਪੈਦਾ ਹੋ ਗਈ ਹੈ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਈਰਾਨ ਸਿਰਫ 2 ਹਫ਼ਤਿਆਂ ਵਿੱਚ ਪਰਮਾਣੂ ਹਥਿਆਰ ਬਣਾ ਸਕਦਾ ਹੈ। ਅਮਰੀਕੀ ਰੱਖਿਆ ਮੰਤਰਾਲੇ ਨੇ ਸਟ੍ਰੈਟਜੀ ਫॉर ਕਾਊਂਟਰਿੰਗ ਵੈਪਨਸ ਆਫ ਮਾਸ ਡਿਸਟਰਕਸ਼ਨ ਰਿਪੋਰਟ 2023 ਚ ਕਿਹਾ ਕਿ ਈਰਾਨ ਕੋਲ ਰਿਕਾਰਡ ਸਮੇਂ 'ਚ ਹਥਿਆਰ ਬਣਾਉਣ ਲਈ ਜ਼ਰੂਰੀ ਬੁਨਿਆਦੀ ਢਾਂਚਾ ਅਤੇ ਤਕਨੀਕੀ ਜਾਣਕਾਰੀ ਸ਼ਾਮਲ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਈਰਾਨ ਬਹੁਤ ਘੱਟ ਸਮੇਂ ਵਿੱਚ ਪਰਮਾਣੂ ਹਥਿਆਰ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਤਿਆਰ ਕਰ ਸਕਦਾ ਹੈ। ਦਰਅਸਲ ਈਰਾਨ ਦਾ ਯੂਰੇਨੀਅਮ ਉਤਪਾਦਨ ਪਰਮਾਣੂ ਹਥਿਆਰ ਬਣਾਉਣ ਦੇ ਪੱਧਰ ਤੱਕ ਪਹੁੰਚ ਰਿਹਾ ਹੈ। ਰਿਪੋਰਟਾਂ ਮੁਤਾਬਕ ਈਰਾਨ ਕੋਲ 60% ਤੱਕ ਯੂਰੇਨੀਅਮ ਮੌਜੂਦ ਹੈ। ਮੱਧ ਪੂਰਬ ਦਾ ਇਹ ਦੇਸ਼ ਹੁਣ ਪਰਮਾਣੂ ਹਥਿਆਰਾਂ ਲਈ 83.7% ਪਿਓਰ ਯੂਰੇਨੀਅਮ ਪੈਦਾ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਹਥਿਆਰ ਬਣਾਉਣ ਦੀ ਸਮਰੱਥਾ ਲਈ 90% ਪਿਓਰ ਯੂਰੇਨੀਅਮ ਕਣਾਂ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਮਈ 2023 ਵਿੱਚ ਸੈਟੇਲਾਈਟ ਤਸਵੀਰਾਂ ਤੋਂ ਪਤਾ ਚੱਲਿਆ ਸੀ ਕਿ ਈਰਾਨ ਪਹਾੜਾਂ ਦੇ ਹੇਠਾਂ ਪਰਮਾਣੂ ਹਥਿਆਰ ਬਣਾ ਰਿਹਾ ਹੈ। AP ਦੀ ਰਿਪੋਰਟ ਦੇ ਅਨੁਸਾਰ ਫੋਟੋ ਵਿੱਚ ਇਰਾਨੀ ਮਜ਼ਦੂਰ ਜਾਗਰੋਸ ਦੇ ਪਹਾੜਾਂ ਵਿੱਚ ਸੁਰੰਗਾਂ ਦੀ ਖੁਦਾਈ ਕਰਦੇ ਦਿਖਾਈ ਦੇ ਰਹੇ ਹਨ। ਇਹ ਸਥਾਨ ਈਰਾਨ ਦੀ ਪਰਮਾਣੂ ਸਾਈਟ ਨਟਾਨਜ਼ ਦੇ ਬਹੁਤ ਨੇੜੇ ਹੈ, ਜਿਸ ਤੇ ਪੱਛਮੀ ਦੇਸ਼ਾਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਹ ਦੇਸ਼ ਨਹੀਂ ਚਾਹੁੰਦੇ ਕਿ ਈਰਾਨ ਪਰਮਾਣੂ ਸ਼ਕਤੀ ਹਾਸਲ ਕਰੇ। ਜਾਣਕਾਰੀ ਮੁਤਾਬਕ ਲਗਭਗ 22 ਸਾਲਾਂ ਤੋਂ ਈਰਾਨ ਪਰਮਾਣੂ ਸ਼ਕਤੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 8 ਸਾਲ ਪਹਿਲਾਂ ਮਤਲਬ 2015 ਵਿੱਚ ਈਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਚੀਨ, ਫਰਾਂਸ, ਰੂਸ, ਬ੍ਰਿਟੇਨ, ਜਰਮਨੀ ਅਤੇ ਅਮਰੀਕਾ ਨਾਲ ਸਮਝੌਤਾ ਕੀਤਾ ਸੀ। ਇਹ ਸਮਝੌਤਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਪੱਛਮੀ ਦੇਸ਼ਾਂ ਨੂੰ ਡਰ ਸੀ ਕਿ ਈਰਾਨ ਪਰਮਾਣੂ ਹਥਿਆਰ ਬਣਾ ਸਕਦਾ ਹੈ ਜਾਂ ਅਜਿਹਾ ਦੇਸ਼ ਬਣ ਸਕਦਾ ਹੈ ਜਿਸ ਕੋਲ ਪਰਮਾਣੂ ਹਥਿਆਰ ਨਹੀਂ ਹਨ ਪਰ ਉਹਨਾਂ ਕੋਲ ਬਣਾਉਣ ਦੀਆਂ ਸਾਰੀਆਂ ਸਮਰੱਥਾਵਾਂ ਹਨ ਅਤੇ ਕਿਸੇ ਵੀ ਸਮੇਂ ਉਹਨਾਂ ਦੀ ਵਰਤੋਂ ਕਰ ਸਕਦਾ ਹੈ। 2010 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਨੇ ਈਰਾਨ ਨੂੰ ਰੋਕਣ ਲਈ ਪਾਬੰਦੀਆਂ ਲਗਾਈਆਂ। ਇਹਨਾਂ ਵਿੱਚੋਂ ਜ਼ਿਆਦਾਤਰ ਪਾਬੰਦੀਆਂ ਅਜੇ ਵੀ ਚੱਲ ਰਹੀਆਂ ਹਨ। 2015 ਵਿੱਚ ਈਰਾਨ ਨੇ ਇਹਨਾਂ ਸ਼ਕਤੀਆਂ ਨਾਲ ਇੱਕ ਸਮਝੌਤਾ ਕੀਤਾ ਸੀ। ਈਰਾਨ ਨੂੰ ਕਰੀਬ 5 ਸਾਲਾਂ ਤੋਂ ਰਾਹਤ ਮਿਲ ਰਹੀ ਸੀ। ਜਨਵਰੀ 2020 ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ। ਈਰਾਨ ਤੇ ਸਖਤ ਪਾਬੰਦੀਆਂ ਲਾ ਦਿੱਤੀਆਂ ਸੀ, ਪਰ ਜਦੋਂ ਜੋ ਬਾਈਡਨ ਰਾਸ਼ਟਰਪਤੀ ਬਣੇ ਤਾਂ ਉਸਨੇ ਈਰਾਨ ਤੇ ਨਰਮ ਰੁਖ ਅਪਣਾਇਆ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਉਦੋਂ ਤੱਕ ਤੁਸੀਂ ਵੇਖਦੇ ਰਹੋ PTV। ਬੀ ਪੋਜ਼ਿਟਿਵ, ਬੀ ਯੋਰਸੈਲਫ।